+1 ਕਾਲਜ ਦੇ ਸਟੂਡੈਂਟਸ ਨੂੰ ਮੇਰੇ ਨੂੰ ਸਤਿ ਸ਼੍ਰੀ ਅਕਾਲ। ਬੱਚੇ ਅਸੀਂ ਕਰ ਰਹੇ ਹਾਂ ਜੀ ਚੈਪਟਰ ਆਪਣਾ ਫਸਟ ਮੈਥਮੈਟਿਕ ਦਾ, ਜਿਸ ਦਾ ਨਾਮ ਹੈ ਸੈਟਸ। ਅਤੇ ਲਾਸਟ ਲੈਕਚਰ ਦੇ ਵਿੱਚ ਅਸੀਂ ਸੈਟਸ ਦੀ ਡੈਫੀਨੇਸ਼ਨ ਕਿ ਸੈਟ ਕੀ ਹੁੰਦਾ ਅਤੇ ਕਿਵੇਂ ਆਪਾਂ ਉਹਨੂੰ ਡਿਨੋਟ ਕਰਦੇ ਹਾਂ, ਉਹਦੇ ਐਲੀਮੈਂਟਸ ਨੂੰ ਕਿਵੇਂ ਡਿਨੋਟ ਕਰਨਾ, ਅਤੇ ਜੇ ਕੋਈ ਐਲੀਮੈਂਟ ਕਿਸੇ ਸੈਟ ਦਾ ਮੈਂਬਰ ਹੈਗਾ ਅਤੇ ਉਹਨੂੰ ਅਸੀਂ ਕਿਵੇਂ ਲਿਖਣਾ, ਜੇ ਨਹੀਂ ਹੈਗਾ ਤਾਂ ਕਿਵੇਂ ਲਿਖਣਾ। ਠੀਕ ਹੈ। ਅਤੇ ਅੱਜ ਦਾ ਜੋ ਲੈਕਚਰ ਬਹੁਤ ਹੀ ਇੰਪੋਰਟੈਂਟ ਹੋਣ ਵਾਲਾ ਹੈ, ਕਿਉਂਕਿ ਅੱਜ ਅਸੀਂ ਇਹ ਪੜ੍ਹਨਾ ਕਿ ਜੇ ਸਾਡੇ ਕੋਲ ਸੈੱਟ ਹੈ ਅਤੇ ਉਹਦੇ ਜਿਹੜੇ ਐਲੀਮੈਂਟਸ ਆ ਉਹਨੂੰ ਲਿਖਣਾ ਕਿਵੇਂ, ਮਤਲਬ ਸੈੱਟ ਨੂੰ ਅਸੀਂ ਰਿਟਨ ਦੇ ਵਿੱਚ ਕਿਵੇਂ ਲਿਖਦੇ ਹਾਂ। ਠੀਕ ਹੈ। ਅਤੇ ਉਹੀ ਸਾਡਾ ਟੌਪਿਕ ਅੱਜ ਦਾ ਹੈਗਾ, ਦੈਟ ਇਜ਼ ਰਿਪਰਜ਼ੈਂਟੇਸ਼ਨ ਆਫ ਸੈੱਟ, ਕਿ ਸੈੱਟ ਨੂੰ ਅਸੀਂ ਰਿਪਰਜ਼ੈਂਟ ਕਿਵੇਂ ਕਰਨਾ। ਮਤਲਬ ਫੋਰ ਐਗਜ਼ਾਮਪਲ ਸਾਡੇ ਕੋਲ ਇੱਕ ਮੰਨ ਲਓ ਸੈੱਟ ਆ ਜਾਂਦਾ, ਨੈਚੁਰਲ ਨੰਬਰ ਲੈਸ ਦੈਨ 7। ਹੁਣ ਦੇਖੀਏ ਕੀ ਇਹ ਸੈੱਟ ਹੈਗਾ। ਹੁਣ ਇਹ ਇੱਕ ਕਲੈਕਸ਼ਨ ਆ ਕਾਹਦੀ, ਨੈਚੁਰਲ ਨੰਬਰ ਦੀ, ਜਿਹੜੇ ਕੀ ਹੈਗੇ ਨੇ 7 ਤੋਂ ਛੋਟੇ ਨੇ। ਤੇ ਸਾਨੂੰ ਪਤਾ ਕਿ 7 ਤੋਂ ਛੋਟੇ ਨੈਚੁਰਲ ਨੰਬਰ ਕਿਹੜੇ ਕਿਹੜੇ ਹੋਣਗੇ, 1 2 3 4 5 6। 8 ਨਹੀਂ ਆ ਸਕਦਾ, 7 ਨਹੀਂ ਆ ਸਕਦਾ, ਕਿਉਂਕਿ 8 ਕਿਵੇਂ ਆਏਗਾ, ਬਿਕੋਜ਼ ਇੱਥੇ ਲੈਸ ਦੈਨ ਕੀ ਹੈ 7 ਲਿਆ, ਤੇ 8 ਕੀ ਹੈਗਾ 7 ਤੋਂ ਗ੍ਰੇਟਰ ਹੈ। ਠੀਕ ਹੈ। 7 ਵੀ ਨਹੀਂ ਆ ਸਕਦਾ, ਕਿਉਂਕਿ ਲੈਸ ਦੈਨ 7 ਕਿਆ 7 ਦੇ ਇਕੁਅਲ ਨੰਬਰ ਵੀ ਨਹੀਂ ਆਊਗਾ। ਇਹ ਸੈੱਟ ਤੇ ਹੈ। ਹੁਣ ਇਹ ਸੈੱਟ ਨੂੰ ਲਿਖਣਾ ਕਿਵੇਂ, ਇਹਦੇ ਐਲੀਮੈਂਟਸ ਨੂੰ ਕਿਵੇਂ ਅਸੀਂ ਇੱਥੇ ਲਿਖੀਏ, ਤੇ ਉਹ ਸਾਡੀ ਸਭ ਤੋਂ ਪਹਿਲੀ ਫਾਰਮ ਬੇਟਾ ਹੈਗੀ ਲਿਖਣ ਦੀ, ਦੈਟ ਇਜ਼ ਰਾਸਟਰ ਫਾਰਮ, ਜਾਂ ਇਹਨੂੰ ਅਸੀਂ ਕੀ ਨਾਮ ਦਿੰਦੇ ਆ, ਟੈਬੂਲਰ ਫਾਰਮ ਦਾ। ਰਾਸਟਰ ਫਾਰਮ ਦੇ ਵਿੱਚ ਜਿਹੜਾ ਸਾਡੇ ਕੋਲ ਸੈੱਟ ਹੁੰਦਾ ਆ, ਉਹਦੇ ਐਲੀਮੈਂਟਸ ਨੂੰ ਕਿਵੇਂ ਲਿਖੀਦਾ। ਦੇਖੋ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਸੈੱਟ ਆ ਉਹਨੂੰ ਅਸੀਂ ਡਿਨੋਟ ਕਰ ਦਿੰਦੇ ਆ ਕੈਪੀਟਲ ਲੈਟਰ ਦੇ ਨਾਲ। ਮੰਨ ਲਓ ਇਹ ਸਾਡੇ ਕੋਲ ਸੈੱਟ ਆ ਕੀ ਆ ਜੀ, ਨੈਚੁਰਲ ਨੰਬਰ ਲੈਸ ਦੈਨ 7। ਠੀਕ ਹੈ। ਕੈਪੀਟਲ ਲੈਟਰ ਨਾਲ ਡਿਨੋਟ ਕਰਨਾ, ਤੇ ਐਲੀਮੈਂਟ ਜਿਹੜੇ ਨੇ ਉਹ ਅਸੀਂ ਰਾਸਟਰ ਫਾਰਮ ਚ ਕਿਵੇਂ ਲਿਖਦੇ ਆ, ਜਿੰਨੇ ਵੀ ਸਾਡੇ ਕੋਲ ਸੈੱਟ ਦੇ ਐਲੀਮੈਂਟਸ ਹੋਣਗੇ ਉਹਨਾਂ ਨੂੰ ਕਰਲੀ ਬ੍ਰੈਕਟ ਦੇ ਵਿੱਚ ਕੱਲੇ ਕੱਲੇ ਐਲੀਮੈਂਟ ਨੂੰ ਅਸੀਂ ਕੋਮਾ ਪਾ ਕੇ ਲਿਖਦੇ ਆ। ਠੀਕ ਹੈ। ਜਿਵੇਂ ਸਾਡੇ ਕੋਲ 7 ਪਲੱਸ ਕਿੰਨੇ ਐਲੀਮੈਂਟ ਆਉਣਗੇ, 1 2 3 4 5 6। ਕਰਲੀ ਬ੍ਰੈਕਟ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਐਲੀਮੈਂਟਸ ਆ ਰਹੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਕੋਮਾ ਪਾ ਕੇ ਲੈ ਕੇ ਤੇ ਕਰਲੀ ਬ੍ਰੈਕਟ ਕਰ ਦਾਂਗੇ ਕਲੋਜ਼। ਇਹ ਆ ਗਿਆ ਸਾਡਾ ਸੈੱਟ ਦੀ ਰਿਪਰਜ਼ੈਂਟੇਸ਼ਨ ਕਿਹੜੀ ਫਾਰਮ ਦੇ ਵਿੱਚ, ਰਾਸਟਰ ਫਾਰਮ ਚ। ਠੀਕ ਹੈ। ਰਾਸਟਰ ਫਾਰਮ ਜਸਟ ਅਸੀਂ ਜਿੰਨੇ ਵੀ ਲੱਗ ਰਿਹਾ ਸਾਨੂੰ ਕਿ ਕਿਸੇ ਸੈੱਟ ਦੇ ਵਿੱਚ ਆ ਐਲੀਮੈਂਟਸ ਇਹਦੇ ਹੈਗੇ ਨੇ, ਮੈਂਬਰ ਹੈਗੇ ਨੇ, ਉਹਨਾਂ ਜਸਟ ਕੀ ਕਰਨਾ, ਕਰਲੀ ਬ੍ਰੈਕਟ ਦੇ ਵਿੱਚ ਕੱਲੇ ਕੱਲੇ ਨੂੰ ਕੋਮਾ ਪਾ ਕੇ ਲਿਖ ਕੇ ਤੇ ਕਰਲੀ ਬ੍ਰੈਕਟ ਕੀ ਕਰ ਦੇਣੀ, ਅਸੀਂ ਕਲੋਜ਼ ਕਰ ਦੇਣੀ। ਠੀਕ ਹੈ। ਜੇ ਮੰਨ ਲਓ ਸਾਡੇ ਕੋਲ ਕੋਈ ਸੈੱਟ ਆ ਜਾਂਦਾ, ਨੈਕਸਟ ਸੈੱਟ ਆਫ ਵੋਵਲਸ, ਇਹਨੂੰ ਕਿਵੇਂ ਲਿਖਾਂਗੇ ਅਸੀਂ, ਕਰਲੀ ਬ੍ਰੈਕਟ ਦੇ ਵਿੱਚ ਵੋਵਲ ਸਾਨੂੰ ਪਤਾ ਕਿਹੜੇ ਕਿਹੜੇ ਆਉਣਗੇ, A E I O ਤੇ U, ਕਰਲੀ ਬ੍ਰੈਕਟ ਕਰ ਦਾਂਗੇ ਕਲੋਜ਼। ਇਹ ਸਾਡੀ ਜੀ ਰਿਪਰਜ਼ੈਂਟੇਸ਼ਨ ਇਨ ਰਾਸਟਰ ਫਾਰਮ, ਜਸਟ ਐਲੀਮੈਂਟਸ ਰਾਈਟ ਇਨ ਕਰਲੀ ਬ੍ਰੈਕਟਸ ਐਂਡ ਸੈਪਰੇਟ ਬਾय ਕੋਮਾਸ। ਸਿੰਪਲ ਕੋਮਾ ਨਾਲ ਸੈਪਰੇਟ ਕਰਕੇ ਤੇ ਕਰਲੀ ਬ੍ਰੈਕਟ ਚ ਲਿਖ ਦਿੰਦੇ ਆ। ਕਲੀਅਰ ਜੀ। ਇਹ ਤੇ ਹੋ ਗਈ ਰਿਪਰਜ਼ੈਂਟੇਸ਼ਨ, ਅਸੀਂ ਸੈੱਟ ਨੂੰ ਰਾਸਟਰ ਫਾਰਮ ਚ ਲਿਖਣਾ ਕਿਵੇਂ। ਹੁਣ ਕੁਝ ਇੱਥੇ ਗੱਲਾਂ ਧਿਆਨ ਰੱਖਣ ਵਾਲੀਆਂ ਨੇ। ਫਸਟ, ਜਦੋਂ ਵੀ ਅਸੀਂ ਸੈੱਟ ਨੂੰ ਰਾਸਟਰ ਫਾਰਮ ਚ ਲਿਖਦੇ ਆ, ਜਿਹੜੇ ਐਲੀਮੈਂਟਸ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਅਸੀਂ ਲਿਖ ਸਕਦੇ ਆ, ਅੱਗੇ ਪਿੱਛੇ ਕਰਕੇ ਕਿਸੇ ਤਰ੍ਹਾਂ ਵੀ ਲਿਖ ਸਕਦੇ ਆ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਮਤਲਬ ਆਰਡਰ ਜਿਹੜਾ ਆ ਉਹ ਆਰਡਰ ਡਸ ਨਾਟ ਮੈਟਰ। ਆਰਡਰ ਕੀ ਚੀਜ਼, ਮਤਲਬ ਕਿ ਸਾਡੇ ਕੋਲ ਜਿਹੜਾ ਇਸ ਲਿਖਣ ਦਾ ਤਰੀਕਾ ਜਿਹੜਾ ਆ ਉਹ ਮੈਟਰ ਨਹੀਂ ਕਰਦਾ, ਅਸੀਂ ਕਿਸ ਤਰੀਕੇ ਨਾਲ ਲਿਖ ਰਹੇ ਹਾਂ, ਅੱਗੇ ਪਿੱਛੇ ਲਿਖ ਸਕਦੇ ਹਾਂ। ਫੋਰ ਐਗਜ਼ਾਮਪਲ ਮੇਰੇ ਕੋਲ A ਸੈੱਟ ਆ, ਜਿਹੜਾ ਐਲੀਮੈਂਟ ਆ 1 2 3 ਤੇ 4। ਠੀਕ ਹੈ। ਮੈਂ ਇਹਨੂੰ ਇਦਾਂ ਵੀ ਲਿਖ ਸਕਦਾ ਆ, ਚਾਹੇ 2 ਪਹਿਲਾਂ ਲਿਖ ਲਾਂ, 4 ਲਿਖ ਲਾਂ, 3 ਲਿਖ ਲਾਂ, 1 ਲਿਖ ਲਾਂ। ਆਹ ਦੋਨੋਂ ਸੈੱਟ 'ਚ ਕੋਈ ਫਰਕ ਨਹੀਂ ਹੈ। ਇਹ 'ਚ ਵੀ 1 2 3 4 ਐਲੀਮੈਂਟ, ਇਹ 'ਚ ਵੀ 1 2 3 4 ਐਲੀਮੈਂਟਸ ਨੇ। ਐਲੀਮੈਂਟ ਸਾਰੇ ਕੀ ਨੇ, ਸੇਮ। ਇਹ ਦੋਨੋਂ ਸੈੱਟ ਕੀ ਨੇ, ਇਕੁਅਲ ਨੇ। ਠੀਕ ਹੈ। ਇਸ ਕਰਕੇ ਜਦੋਂ ਵੀ ਅਸੀਂ ਰਾਸਟਰ ਫਾਰਮ 'ਚ ਲਿਖਦੇ ਆ, ਇਹ ਨਹੀਂ ਸੋਚਣਾ ਕਿ ਕੋਈ ਐਲੀਮੈਂਟ ਪਹਿਲਾਂ ਲਿਖਿਆ ਗਿਆ, ਕੋਈ ਬਾਅਦ 'ਚ ਲਿਖਿਆ ਗਿਆ, ਤੇ 'ਚ ਕੋਈ ਫਰਕ ਆਏਗਾ। ਸੈੱਟ 'ਚ ਕੋਈ ਫਰਕ ਨਹੀਂ ਹੁੰਦਾ। ਲਿਖਣ ਦਾ ਤਰੀਕਾ ਅੱਗੇ ਪਿੱਛੇ ਐਲੀਮੈਂਟ ਲਿਖ ਦੋ, ਨਵਾਂ ਸੈੱਟ ਨਹੀਂ ਬਣੇਗਾ, ਉਹ ਸੈੱਟ ਸੇਮ ਦਾ ਸੇਮ ਹੀ ਰਹੇਗਾ। ਕਲੀਅਰ ਜੀ। ਇਸ ਤੋਂ ਬਾਅਦ ਸੈਕਿੰਡ ਸਾਡੇ ਕੋਲ ਇਹ ਚਾਹੁੰਦਾ ਕਿ ਜੇ ਐਲੀਮੈਂਟ ਕੋਈ ਵੀ
दो बार या तीन बार आ रहा होए आपां नूं लिखना एक बार ही हुंदा बिकॉज सैट की डेफिनेशन कहती आ कि सैट इज अ वैल डिफाइंड कलैक्शन ऑफ डिस्टिंक्ट डिफरेंट ऑब्जेक्ट ते डिफरेंट मतलब कि आपां एक एलीमेंट नूं एक बार ही लिखना चाहे वो दो तीन बार भी कलैक्शन च आ रहा होए फॉर एग्जांपल इत्थे लिखांगे एलीमेंट नॉट रिपीट एलीमेंट नॉट रिपीटेड ठीक है जिवें साडे कोल मान लो ये दो ਗੱਲਾਂ ਧਿਆਨ ਰੱਖਣ ਵਾਲੀਆਂ ਸੈੱਟ ਦੇ ਵਿੱਚ ਮੰਨ ਲਓ ਸਾਡੇ ਕੋਲ ਇੱਕ ਸੈੱਟ ਆ ਆਪਾਂ ਜਿਹੜਾ ਸਕੂਲ ਇੱਕ ਵਰਡ ਆ ਇਹਨੂੰ ਅਸੀਂ ਰੋਸਟਰ ਫਾਰਮ ਚ ਲਿਖਣਾ ਐਜ਼ ਅ ਸੈੱਟ ਤੇ ਕਿਵੇਂ ਲਿਖਾਂਗੇ ਮੰਨ ਲਓ ਮੇਰੇ ਕੋਲ ਸੀ ਨਾਲ ਡਿਨੋਟ ਕਰ ਰਿਹਾ ਇਹਨੂੰ ਮੈਂ ਕਰਲੀ ਬ੍ਰੈਕਟ ਚ ਪਾਵਾਂਗਾ ਹੁਣ ਸਾਰੇ ਜਿੰਨੇ ਵੀ ਇਹਦੇ ਲੈਟਰਸ ਆ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਕੋਮਾ ਪਾ ਕੇ ਲਿਖਾਂਗਾ S, C, H ਉਹ ਬੇਟਾ ਕਿੰਨੀ ਵਾਰ ਆ ਰਿਹਾ ਸਾਡੇ ਕੋਲ ਦੋ ਵਾਰ ਬਟ ਅਸੀਂ ਲਿਖਣਾ ਕਿੰਨੀ ਵਾਰ ਹੈਗਾ ਆ ਇੱਕ ਵਾਰ ਹੀ ਲਿਖਣਾ ਜਿਹੜਾ ਸੈੱਟ ਆ ਉਹਦੇ ਐਲੀਮੈਂਟਸ ਦੇ ਨੂੰ ਅਸੀਂ ਰੋਸਟਰ ਫਾਰਮ ਦੇ ਵਿੱਚ ਸਿੰਪਲ ਹਰ ਇੱਕ ਐਲੀਮੈਂਟ ਨੂੰ ਅਸੀਂ ਇੱਕ ਵਾਰ ਲਿਖਣਾ ਹੁੰਦਾ ਕੋਈ ਵੀ ਐਲੀਮੈਂਟ ਰਿਪੀਟ ਨਹੀਂ ਕਰਨਾ ਠੀਕ ਹੈ ਜੀ ਇਹ ਹੈ ਬੱਚੇ ਸਾਡੀ ਰੋਸਟਰ ਫਾਰਮ ਇਹ ਦੋ ਗੱਲਾਂ ਤਿਆਰ ਕਰਨ ਵਾਲੀਆਂ ਸੀ ਇਹ ਫਸਟ ਫਾਰਮ ਹੈ ਹੁਣ ਸੈਕਿੰਡ ਫਾਰਮ ਅੱਗੇ ਡਿਸਕਸ ਕਰਦੇ ਹਾਂ ਨੋਟ ਡਾਊਨ ਕਰੋ ਨੈਕਸਟ ਇਹ ਪ੍ਰੋਪਰਟੀ ਦੇਖਦੇ ਹਾਂ ਜੀ ਸਾਡੀ ਰਿਪਰੈਜ਼ੈਂਟੇਸ਼ਨ ਆਪਾਂ ਕਿਸ ਤਰੀਕੇ ਨਾਲ ਕਰਨੀ ਹੈ ਸੈਕਿੰਡ ਸਾਡੇ ਕੋਲ ਟਾਈਪ ਹੈਗੀ ਹੈ ਸੈਟ ਬਿਲਡਰ ਫਾਰਮ ਸੈਟ ਬਿਲਡਰ ਫਾਰਮ ਦੇ ਵਿੱਚ ਅਸੀਂ ਜਿਹੜੇ ਸੈਟ ਦੇ ਐਲੀਮੈਂਟਸ ਨੇ ਉਹਨੂੰ ਕਿਵੇਂ ਲਿਖਣਾ ਦੇਖੋ ਰੋਸਟਰ ਫਾਰਮ ਚ ਆਪਾਂ ਕਰਲੀ ਬ੍ਰੈਕਟ ਚ ਸਾਰੇ ਐਲੀਮੈਂਟ ਲਿਖ ਦਿੰਦੇ ਸੀ ਕੋਮਾ ਪਾ ਕੇ ਬਟ ਇੱਥੇ ਕੀ ਕਰਨਾ ਸੀ ਸਾਰੇ ਦੇ ਸਾਰੇ ਐਲੀਮੈਂਟਸ ਨੂੰ ਇੱਕ ਵੇਰੀਏਬਲ ਦੇ ਨਾਲ ਡਿਨੋਟ ਕਰਨਾ ਹੈ ਠੀਕ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਦੱਸਦਾ ਜੀ ਮੰਨ ਲਓ ਮੈਂ ਇੱਥੇ ਇੱਕ ਸੈਟ ਲਿਖਦਾ ਰੋਸਟਰ ਫਾਰਮ ਦੇ ਵਿੱਚ ਲਿਖ ਦਿੰਦਾ ਐਲੀਮੈਂਟ ਹੈਗੇ ਵਾਲੋ 2 4 6 8 ਠੀਕ ਹੈ ਚਲੋ ਸੋ ਇਵੇਂ ਆਪਾਂ ਲਿਖ ਦਿੰਦੇ ਚੱਲਦਾ ਜਾ ਰਿਹਾ ਹੈ ਸੈਟ ਖਤਮ ਨਹੀਂ ਹੋ ਰਿਹਾ ਚੱਲਦਾ ਜਾ ਰਿਹਾ ਹੁਣ ਇਹ ਸੈਟ ਨੂੰ ਅਸੀਂ ਸੈਟ ਬਿਲਡਰ ਫਾਰਮ ਚ ਕਿਵੇਂ ਲਿਖਾਂਗੇ ਦੇਖੋ ਕੀ ਕਰਨਾ ਹੁੰਦਾ ਪਹਿਲਾਂ ਸੇਮ ਲਿਖ ਲਿਆ ਇਹ ਸੈਟ ਹੈਗਾ ਕਰਲੀ ਬ੍ਰੈਕਟ ਸਟਾਰਟ ਕਰ ਲਈ ਸਾਰੇ ਦੇ ਸਾਰੇ ਸੈਟ ਦੇ ਐਲੀਮੈਂਟਸ ਨੂੰ ਅਸੀਂ ਇੱਕ ਵੇਰੀਏਬਲ ਦੇ ਨਾਲ ਡਿਨੋਟ ਕਰਨਾ ਆਪਾਂ ਕਹਾਂਗੇ ਕਿ ਸਾਰੇ ਜਿਹੜੇ ਸਾਡੇ ਕੋਲ ਐਲੀਮੈਂਟਸ ਹੈਗੇ ਸੈਟ ਦੇ ਉਹ ਕਿਹੜੇ ਟਾਈਪ ਨੇ x ਟਾਈਪ ਤੇ ਅੱਗੇ ਆਪਾਂ ਦੋ ਬਿੰਦੀਆਂ ਜਾਂ ਇੱਕ ਸਲੈਸ਼ ਪਾ ਦਿੰਦੇ ਆ ਇਹਦਾ ਨੂੰ ਆਪਾਂ ਕਹਿੰਦੇ ਆ ਕਾਲਮ ਤੇ ਇਹਨੂੰ ਆਪਾਂ ਪ੍ਰੋਨਾਂਸ ਕਰਨਾ ਹੁੰਦਾ ਆ ਸੱਚ ਡੈਟ ਠੀਕ ਹੈ ਉਦਾਂ ਦਾ ਨੇਮ ਇਹਦਾ ਕਾਲਮ ਹੈਗਾ ਬਟ ਆਪਾਂ ਇੱਥੇ ਜਦੋਂ ਪੂਰੇ ਸੈੱਟ ਨੂੰ ਇੱਥੇ ਆਪਾਂ ਬੋਲਣਾ ਤੇ ਆਪਾਂ ਕਹਿਣਾ ਕਿ ਇਹ ਸੈੱਟ ਦੇ ਜੋ ਐਲੀਮੈਂਟਸ ਨੇ ਉਹ ਕਿੱਦਾਂ ਦੇ ਨੇ x ਟਾਈਪ ਸੱਚ ਦੈਟ ਹੁਣ ਇਹ x ਕੀ ਹੈਗਾ ਆ ਸੈੱਟ ਬਿਲਡਰ ਫਾਰਮ ਦੇ ਵਿੱਚ ਐਲੀਮੈਂਟਸ ਨਹੀਂ ਲਿਖਦੇ ਅਸੀਂ ਕੀ ਕਰਨਾ ਹੁੰਦਾ ਐਲੀਮੈਂਟ ਦਾ ਪੈਟਰਨ ਦੇਖ ਲੈਣਾ ਕਿ ਐਲੀਮੈਂਟ ਕਿਵੇਂ ਦੇ ਆ ਉਹਨੂੰ ਅਸੀਂ ਆਪਣੀ ਵਰਡਿੰਗ ਦੇ ਵਿੱਚ ਜਾਂ ਸਿੰਬਲਸ ਦੇ ਵਿੱਚ ਆਪਾਂ ਇੱਥੇ ਕੀ ਆ ਐਲੀਮੈਂਟਸ ਨੂੰ ਲਿਖ ਦੇਣਾ ਸਿੰਬਲਸ ਦੇ ਵਿੱਚ ਮਤਲਬ ਆਪਾਂ ਨੂੰ ਐਲੀਮੈਂਟ ਸਾਰੇ ਨਹੀਂ ਲਿਖਨੇ ਜਸਟ ਉਹਦੀ ਵਰਡਿੰਗ ਚ ਉਹਦੀ ਐਕਸਪਲੇਨੇਸ਼ਨ ਲਿਖ ਦੇਣੀ ਆ ਜਾਂ ਕਿਸੇ ਸਿੰਬਲ ਦੇ ਨਾਲ ਜਿਵੇਂ ਦੇਖੋ ਮੈਨੂੰ ਦੇਖ ਰਿਹਾ ਇੱਥੇ ਕਿ ਇਹ ਸਾਰੇ ਐਲੀਮੈਂਟਸ ਕਿੱਦਾਂ ਦੇ ਨੇ 2 4 6 ਸਾਰੇ ਕੀ ਆ ਰਹੇ ਨੇ ਈਵਨ ਨੈਚੁਰਲ ਨੰਬਰ ਆ ਰਹੇ ਆ ਤੇ ਮੈਂ ਲਿਖਾਂਗਾ ਕਿ ਮੇਰੇ ਕੋਲ A ਸੈੱਟ ਦੇ ਐਲੀਮੈਂਟ ਹੈਗੇ x ਟਾਈਪ such that x are even natural number ठीक है जी बस ये मेरा की आ गया सेट आ गया इन सेट बिल्डर फॉर्म ठीक है वर्डिंग ਦੇ ਵਿੱਚ ਆਪਾਂ ਲਿਖਤਾ ਹੋਰ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਆ ਮੰਨ ਲਓ B ਸਾਡੇ ਕੋਲ ਇੱਕ ਸੈਟ ਆ ਜਿਹਦੇ ਐਲੀਮੈਂਟਸ ਮੰਨ ਲਓ ਆ ਰਹੇ ਆ 0 1 2 3 4 ਬਸ ਇਸ ਤੱਕ ਹੀ ਮੰਨ ਲਓ ਆ ਰਹੇ ਹੁਣ ਸਾਨੂੰ ਪਤਾ ਕਿ 0 ਤੋਂ ਸਟਾਰਟ ਹੋਣ ਵਾਲਾ ਨੰਬਰ ਜਿਹੜਾ ਆ ਉਹ ਸਾਡੇ ਕੋਲ ਕੀ ਹੁੰਦਾ ਆ ਹੋਲ ਨੰਬਰ ਹੁੰਦੇ ਹੋਲ ਨੰਬਰ ਆ ਦੇ ਰਹੇ ਨੇ ਬਟ ਕਿੱਥੇ ਤੱਕ ਆ ਰਹੇ ਨੇ 4 ਤੱਕ ਫਿਰ ਇਹਨੂੰ ਅਸੀਂ ਕਿਵੇਂ ਲਿਖਣਾ ਆਪਾਂ ਲਿਖਾਂਗੇ ਕਿ ਐਲੀਮੈਂਟ B ਸੈੱਟ ਵਿੱਚ ਚਾਹੇ x ਲਿਖੋ ਸਮਾਲ y ਸਮਾਲ z ਕੋਈ ਵੀ ਤੁਸੀਂ ਲੈਟਰ ਲਿਖ ਸਕਦੇ ਕੋਈ ਪ੍ਰੋਬਲਮ ਨਹੀਂ ਮੈਂ ਕਹਾਂਗਾ ਇਹਦੇ ਐਲੀਮੈਂਟ ਕਿੱਦਾਂ ਦੇ ਨੇ x ਟਾਈਪ ਸੱਚ ਦੈਟ x ਇਹ ਸਾਰੇ ਕੀ ਨੇ ਹੋਲ ਨੰਬਰ ਨੇ ਕਿਉਂਕਿ 0 ਤੋਂ ਸਟਾਰਟ ਜਾਂ 1 ਤੋਂ ਸਟਾਰਟ ਹੁੰਦੇ ਮੈਂ ਕਹਿੰਦਾ ਨੈਚੁਰਲ ਨੰਬਰ ਹੈ ਬਟ 0 ਵੀ ਨਾਲ ਹੈਗਾ ਕਹਾਂਗੇ x ਆਰ ਹੋਲ ਨੰਬਰ ਬਟ ਇਹ ਸਾਰੇ ਹੋਲ ਨੰਬਰ ਤੇ ਨਹੀਂ ਹੈਗੇ ਨਾ ਕਿੱਥੋਂ ਆ 0 ਤੋਂ ਲੈ ਕੇ 4 ਤੱਕ ਆਪਾਂ ਕਹਾਂਗੇ x ਆਰ ਹੋਲ ਨੰਬਰ ਕਿਹੜੇ 0 ਤੋਂ ਲੈ ਕੇ ਕਿੱਥੋਂ ਤੱਕ ਆ 4 ਤੱਕ ਠੀਕ ਹੈ x ਕੀ ਨੇ ਸਾਰੇ ਹੋਲ ਨੰਬਰ ਨੇ ਐਲੀਮੈਂਟ ਸਾਰੇ ਕੀ ਨੇ ਹੋਲ ਨੰਬਰ ਬਟ 0 ਦੇ ਇਕੁਅਲ ਉਹ ਤੋਂ ਗ੍ਰੇਟਰ ਤੇ 4 ਤੋਂ ਲੈਸ ਤੇ ਉਹਦੇ ਕੀ ਇਕੁਅਲ ਬਸ 0 ਤੋਂ ਲੈ ਕੇ ਤੱਕ ਨੇ ਸਿਰਫ 4 ਤੱਕ ਠੀਕ ਹੈ ਇਸ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ ਸਾਡੇ ਕੋਲ ਸੈੱਟ ਦੀ ਹੋਏਗੀ ਉਹਨੂੰ ਅਸੀਂ ਨਾਮ ਦਿੰਦੇ ਆ ਸੈੱਟ ਬਿਲਡਰ ਫਾਰਮ ਦਾ ਕਲੀਅਰ ਜੀ ਇਸੇ ਬੱਚੇ ਦੋ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ ਬਾਕੀ ਅਸੀਂ ਹੁਣ ਅੱਗੇ ਆਪਣੀ ਐਕਸਰਸਾਈਜ਼ ਜਿਹੜੀ ਆ 1.1 ਉਹਨੂੰ ਸਟਾਰਟ ਕਰਦੇ ਆ
ਤੇ ਉੱਚ ਦੇਖਦੇ ਹਾਂ ਅੱਜ किन्ने भी सम सॉल्व हो जाते हैं, ਆਪਾਂ कोशिश करांगे मैक्सिमम सम ਉਹਦੇ सॉल्व ਕਰਨ ਦੀ। ठीक है, नोट डाउन कर लो। इसी ਵਿੱਚ दो रिप्रेजेंटेशन ऑफ सेट्स, बाकी ਅਸੀਂ प्रैक्टिस करांगे ਇਹਨਾਂ ਦੋਨਾਂ ਦੀ ਹੁਣ ਆਪਣੀ ਐਕਸਰਸਾइज ਦੇ ਵਿੱਚ। नेक्स्ट देखिए एक्सरसाइज 1.1, ਇਹਦੇ ਅੱਜ ਆਪਾਂ फर्स्ट 3 पार्ट डिस्कस करांगे ਤੇ फोर्थ पार्ट ਜਿਹੜਾ ਆ ਉਹ ਹੈਗਾ ਇੱਥੇ 3rd पार्ट ਹੈ ਆਪਾਂ ਰੋਸਟਰ ਫਾਰਮ 'ਚ ਲਿਖਣਾ ਤੇ 4th पार्ट ਜਿਹੜਾ ਹੈਗਾ 4th ਸਮ ਜਿਹੜਾ ਆ ਉਹਦੇ ਵਿੱਚ ਸੈਟ ਬਿਲਡਰ ਫਾਰਮ 'ਚ ਲਿਖਣਾ ਹੈ। बट जो 5th सम एंड एक्सरसाइज का वो जस्ट अं रोस्टर फॉर्म के एलीमेंट्स लिखना है, वो तुम खुद ट्राई कर सकते हो इन्हों समझने तो बाद। ठीक है, स्टार्ट करते अपने फर्स्ट सम। फर्स्ट में उन्होंने क्या कि साढ़े को कलैक्शन दी हुई ने कि कलैक्शन जी ने वो सैट्स ने। ठीक है, सानू पता सैट वास्ते की होना चाहिए, कलैक्शन वैल डिफाइन कि वो पता ना लगना चाहिए सानू कि किहड़े उच एलीमेंट आ सकते किहड़े नहीं आ सकते। ठीक है, स्टार्ट करते देखो जिवें फर्स्ट है दी कलैक्शन ऑफ मंथ्स आ ईयर बिगिनिंग विद लैटर जे। आंदे ओ तुसीं साल दे मंथ लवो जिहड़े जे तो स्टार्ट हो रहे ने ते जे तो स्टार्ट होने वाले मंथ सानू ओबवियस पता लग जाणगे किहड़े-किहड़े होणगे। हुण फर्स्ट आपां लईए साडे कोल फर्स्ट हुंदा जनवरी, जनवरी स्टार्ट कित्थों हो रिहा साडे कोल जे तो। ठीक है, उस तो बाद फैबरी ते एफ तो हुंदा वो आपां नहीं लै सकदे, मार्च भी नहीं लै सकदे, कोई एम तो स्टार्ट हो रिहा आपां ओनली किहड़े लैणे आ जे तो स्टार्ट होने वाले। जनवरी आ गया, उस तो बाद जून आ गया, जुलाई आ गया। ठीक है, मतलब आप डिसाइड कर पा रहे हैं कि किहड़े एलीमेंट किहड़े मंथ आ सकते हैं किहड़े मंथ विच नहीं आ सकते। ठीक है, इट मीनस ए कलैक्शन की एक वैल डिफाइंड है। ठीक है, इट मीनस ए वैल डिफाइंड कलैक्शन ते ए फिर क्या है सैट है। तुसीं वर्डिंग सिंपल आंसर दा की देना कि दिस कलैक्शन इज वैल डिफाइंड बिकॉज वी डिसाइड द मंथ बिगिनिंग विद जे इन दिस कलैक्शंस। ठीक है, इट मीनस दिस कलैक्शन इज अ सेट। नैक्सट आ कलैक्शन ऑफ क्वेश्चंस ऑफ दिस चैप्टर। हुण सानूं पता कि ਜਿਹੜੇ भी किसी चैप्टर के क्वेश्चंस ਹੁੰਦੇ ਨੇ ਉਹ ਸਾਨੂੰ ਆਲਰੇਡੀ ਪਤਾ ਲੱਗ ਜਾਂਦਾ ਦੇਖਦੇ ਆ ਸਾਰੇ ਕਿ ਇਹ ਕੁਐਸਚਨ ਬਣ ਸਕਦਾ ਕਿਹੜਾ ਕੁਐਸਚਨ ਨਹੀਂ ਬਣ ਸਕਦਾ। ਠੀਕ ਹੈ, ਹੁਣ ਮੈਂ ਸਾਰੇ ਕੁਐਸਚਨਸ ਲਿਖੇ ਹੋਏ ਨੇ ਇੱਥੇ ਤੇ ਇਹ ਚੈਪਟਰ ਦੇ ਕੁਐਸਚਨ ਸਾਰਿਆਂ ਵਾਸਤੇ ਸੇਮ ਹੀ ਹੋਣਗੇ। ਇਹ ਤੇ ਹੈ ਨਹੀਂ ਕਿ ਕੋਈ ਕਹੂਗਾ ਵੀ ਨਹੀਂ ਜੀ ਇਹ ਕੁਐਸਚਨ ਤੇ ਹੋ ਹੀ ਨਹੀਂ ਸਕਦਾ। ਜੋ ਕੁਐਸਚਨ ਆ ਤੇ ਉਹ ਕੀ ਆ ਸਾਰਿਆਂ ਵਾਸਤੇ ਕੀ ਹੋਏਗਾ ਕੁਐਸਚਨ ਹੀ ਹੋਏਗਾ। ठीक है, इट मीनस कि जिन्ने भी चैप्टर के सारे क्वेश्चंस होंगे उन्हें सारे जब आप कलैक्शन ले लीए वो सारे वास्ते कलैक्शन की होएगी सेम होएगी। कोई नहीं कह सकता कि ये वाला क्वेश्चन ये चैप्टर का आ सकता, ये वाला क्वेश्चन नहीं आ सकता। हुण मान लो मैं इत्थे एक प्रोबेबिलिटी का क्वेश्चन पा दा, आपां कहांगे ये प्रोबेबिलिटी का क्वेश्चन की सैट चैप्टर विच बन सकदा, आपां कहांगे मे बी नहीं प्रोबेबिलिटी एक अलग टॉपिक आ ते सैट दे विच हो सकदा कि प्रोबेबिलिटी का क्वेश्चन जिहड़ा डायरैक्ट ना बने। ठीक है, ट्रिग्नोमैट्री का क्वेश्चन इत्थे डायरैक्ट बन सकदा कोई ਤੇ ਉਹ ਆਪਾਂ ਡਿਸਾਈਡ ਕਰ ਪਾਈਏ ਕਿ ਕਿਹੜਾ ਕੁਐਸਚਨ ਜਿਹੜਾ ਹੈ ਇਸ ਚੈਪਟਰ ਦਾ ਬਣ ਸਕਦਾ। ਸਾਨੂੰ ਉਹ ਕੁਐਸਚਨ ਵੱਲ ਦੇਖ ਕੇ ਪਤਾ ਲੱਗ ਜਾਊਗਾ ਕਿ ਇਹ ਕੁਐਸਚਨ ਸੈਟ ਚੈਪਟਰ ਦਾ ਆ ਕਿ ਜਾਂ ਕਿਸੇ ਹੋਰ ਚੈਪਟਰ ਦਾ। ਇਟ ਮੀਨਸ ਕਿ ਜਿਹੜੀ ਇਹ ਕਲੈਕਸ਼ਨ ਆ ਉਹ ਵੀ ਸਾਡੀ ਕੀ ਹੈਗੀ ਆ ਵੈਲ ਡਿਫਾਈਨਡ ਹੈ। ਥਰਡ ਆਈ ਅ ਕਲੈਕਸ਼ਨ ਆਫ ਮੋਸਟ ਡੇਂਜਰਸ ਐਨੀਮਲਸ ਆਫ ਦੀ ਵਰਲਡ। ਹੁਣ ਮੋਸਟ ਡੇਂਜਰਸ ਦੀ ਜਦੋਂ ਗੱਲ ਆ ਗਈ ਕੀ ਤੁਸੀਂ ਦੱਸ ਸਕਦੇ ਕਿ ਸਭ ਤੋਂ ਖਤਰਨਾਕ ਜਿਹੜਾ ਐਨੀਮਲ ਆ ਸਾਡੇ ਵਰਲਡ ਦਾ ਕਿਹੜਾ ਹੋਏਗਾ। ਹੁਣ ਕਿਸੇ ਬੰਦੇ ਨੂੰ ਤੇ ਜਿਹੜੇ ਡੌਗ ਨੇ ਉਹਨਾਂ ਤੋਂ ਕੋਈ ਡਰ ਨਹੀਂ ਲੱਗਦਾ, ਉਹਦੇ ਅਕੋਰਡਿੰਗ ਉਹ ਡੇਂਜਰਸ ਨਹੀਂ ਆ। ਬਟ ਜਿਹਨੂੰ ਡੌਗ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਉਹਦੇ ਅਕੋਰਡਿੰਗ ਤੇ ਜਿਹੜਾ ਡੌਗ ਐਨੀਮਲ ਉਹ ਵੀ ਬਹੁਤ ਡੇਂਜਰਸ ਹੈਗਾ। ਹੁਣ ਨਾਰਮਲੀ ਬਫੈਲੋ ਜਿਹੜੀਆਂ ਨੇ ਘਰਾਂ 'ਚ ਰੱਖੀਆਂ ਹੁੰਦੀਆਂ ਨੇ ਤੇ ਆਪਾਂ ਕਹਿੰਦੇ ਜੀ ਸਾਨੂੰ ਕੋਈ ਡਰ ਨਹੀਂ ਹੈ, ਬਟ ਕਿਸੇ ਪਰਸਨ ਨੂੰ ਉਹਦੇ ਤੋਂ ਵੀ ਬਹੁਤ ਖਤਰਾ ਹੋ ਸਕਦਾ ਵੀ ਡਰ ਲੱਗਦਾ ਹੋਏ। ਇਸ ਕਰਕੇ ਡੇਂਜਰਸ ਐਨੀਮਲ ਨੂੰ ਡਿਸਾਈਡ ਕਰਨਾ ਉਹ ਹਰ ਇੱਕ ਪਰਸਨ ਦਾ ਵੇਰੀ ਕਰਦਾ। ठीक है ना, कई ਜਿਹੜੇ ਨੇ ਉਹ ਰੈਟਸ ਹੋ ਗਏ ਕੈਟਸ ਉਹਨਾਂ ਨੂੰ ਮਤਲਬ ਐਜ਼ ਏ ਪੈਟ ਪਾਲਤੂ ਘਰਾਂ 'ਚ ਰੱਖਦੇ ਆ, ਬਟ ਕਈਆਂ ਨੂੰ ਉਹ ਤੋਂ ਵੀ ਡਰ ਲੱਗਦਾ। ਇਸ ਕਰਕੇ ਕੋਈ ਐਨੀਮਲ ਕਿੰਨਾ ਡੇਂਜਰਸ ਹੋ ਸਕਦਾ ਆ ਇਹ ਪਰਸਨ ਟੂ ਪਰਸਨ ਵੇਰੀ ਕਰੇਗਾ। ਠੀਕ ਹੈ, ਮੰਨ ਲਓ ਮੈਨੂੰ ਡੌਗ ਤੋਂ ਡਰ ਨਹੀਂ ਲੱਗਦਾ, ਤੁਹਾਨੂੰ ਲੱਗਦਾ ਹੋਏਗਾ ਫਿਰ ਤੁਹਾਡੇ ਕੋਲ ਡੇਂਜਰਸ ਹੈ, ਮੇਰੇ ਕੋਲ ਡੇਂਜਰਸ ਨਹੀਂ ਹੈਗਾ। ਇਟ ਮੀਨਸ ਜੇ ਐਨੀਮਲਸ ਦੀ ਆਪਾਂ ਕਲੈਕਸ਼ਨ ਲਈਏ ਕਿ ਮੋਸਟ ਡੇਂਜਰਸ ਤੇ ਮੋਸਟ ਡੇਂਜਰਸ ਨੂੰ ਜਿਹੜਾ ਆ ਉਹ ਆਪਾਂ ਚੈੱਕ ਨਹੀਂ ਕਰ ਸਕਦੇ, ਇਹ ਪਰਸਨ ਟੂ ਪਰਸਨ ਵੇਰੀ ਕਰੇਗਾ। ਠੀਕ ਹੈ, ਕਿਸੇ ਵਾਸਤੇ ਕੋਈ ਹੋਰ ਐਨੀਮਲ ਡੇਂਜਰਸ, ਕਿਸੇ ਵਾਸਤੇ ਕੋਈ ਹੋਰ ਡੇਂਜਰਸ ਐਨੀਮਲ ਹੋਏਗਾ। ਇਟ ਮੀਨਸ ਇਹ ਕਲੈਕਸ਼ਨ ਵੀ ਕੀ ਸਾਡੇ ਕੋਲ ਵੈਲ ਡਿਫਾਈਨਡ ਨਹੀਂ ਹੋਏਗੀ, ਇਹਨੂੰ ਪਰ ਆਪਾਂ ਸੈੱਟ ਨਹੀਂ ਕਹਿ ਸਕਦੇ। ਇਹ ਵੀ ਸੈੱਟ ਸਾਡੇ ਕੋਲ ਹੋਏਗੀ ਬਟ ਇਹ ਕਲੈਕਸ਼ਨ ਸੈੱਟ ਨਹੀਂ ਹੋਏਗੀ। ਸੈਕਿੰਡ ਕੁਐਸਚਨ ਬੇਟਾ ਨੇ ਏ ਸੈੱਟ ਦਿੱਤਾ ਹੋਇਆ, ਜਸਟ ਉਹਨਾਂ ਕਿਹਾ ਵੀ ਇੱਥੇ ਬਿਲੋਂਗਸ ਟੂ ਤੇ ਨਾਟ ਬਿਲੋਂਗਸ ਟੂ ਸਾਈਨ ਦੱਸੋ ਕਿੱਥੇ ਆਊਗਾ। ਹੁਣ ਜੇ ਤੇ ਐਲੀਮੈਂਟ ਸੈੱਟ ਵਿੱਚ ਹੈਗਾ ਤਾਂ ਸਾਈਨ ਪਾਵਾਂਗੇ ਬਿਲੋਂਗਸ ਟੂ, ਜੇ ਨਹੀਂ ਹੈਗਾ ਤਾਂ ਪਾਵਾਂਗੇ ਨਾਟ ਬਿਲੋਂਗਸ ਟੂ। ਹੁਣ ਦੱਸੋ ਕਿ A5 ਸਾਡੇ ਕੋਲ A ਵਿੱਚ ਹੈਗਾ, ਯੈਸ 5 A ਵਿੱਚ ਹੈ, ਆਪਾਂ ਕੀ ਪਾਵਾਂਗੇ ਇੱਥੇ ਬਿਲੋਂਗਸ ਟੂ। ਕਿ 8 A ਵਿੱਚ ਹੈਗਾ ਇੱਥੇ ਨਹੀਂ, ਇੱਥੇ ਐਲੀਮੈਂਟ ਹੀ 5 ਨੇ 8 ਹੈ ਹੀ ਨਹੀਂ, ਕੀ ਪਾਵਾਂਗੇ ਨਾਟ ਬਿਲੋਂਗਸ ਟੂ। 0 A ਸੈੱਟ ਵਿੱਚ ਹੈਗਾ ਨਹੀਂ, ਬਿਲਕੁਲ ਨਹੀਂ ਜੀ, ਕੀ ਪਾਵਾਂਗੇ ਨਾਟ ਬਿਲੋਂਗਸ ਟੂ। ਇਹ ਸਾਈਨ ਕਦੋਂ ਯੂਜ਼ ਕਰਨੀ ਜੇ ਐਲੀਮੈਂਟ ਸੈੱਟ ਵਿੱਚ ਹੋਏ ਤੇ ਬਿਲੋਂਗਸ ਟੂ ਲਿਖਣਾ ਹੁੰਦਾ, ਜੇ ਨਾ ਹੋਏ ਤੇ ਇਹਨੂੰ ਬੋਲਣਾ ਹੁੰਦਾ ਨਾਟ ਬਿਲੋਂਗਸ ਟੂ। ਨੈਕਸਟ ਆਈ ਜੀ ਆਪਣੇ ਅੱਜ ਦੇ ਟੌਪਿਕ ਜਿਹਦੇ ਰਿਲੇਟਡ ਕੁਐਸਚਨ ਦੇ ਉੱਪਰ ਕਿ ਅਸੀਂ ਫੋਲੋਇੰਗ
ਸਾਡੇ ਕੋਲ ਸੈੱਟ ਦਿੱਤੇ ਹੋਏ ਨੇ, ਇਹਨਾਂ ਨੂੰ ਰੋਸਟਰ ਫਾਰਮ ਚ ਲਿਖਣਾ, ਮਤਲਬ ਐਜ਼ ਏ ਸਿੰਗਲ ਐਲੀਮੈਂਟ ਲਿਖਣਾ ਕੋਮਾ ਪਾ ਕੇ। ਫਸਟ ਦੇਖੋ ਮੈਂ ਆਨਸਰ ਲਿਖ ਰਿਹਾ ਨੀਚੇ ਹੁਣ ਫਸਟ ਦਾ, ਕਹਿੰਦੇ A ਸੈੱਟ ਵਿੱਚ ਕਿਹੜੇ ਕਿਹੜੇ ਐਲੀਮੈਂਟ ਆਉਣਗੇ, x is an even integer and x even ਨਹੀਂ ਹੋਣਾ, x is an integer ਨਹੀਂ ਹੋਣਾ, not even integer, x is an integer and x greater than equal to -3 less than 7। ਕਹਿੰਦੇ x ਇੱਕ ਇੰਟੀਜ਼ਰ ਹੈਗਾ ਆ ਤੇ ਉਹ ਇੰਟੀਜ਼ਰ ਕਿਹੜਾ ਆ ਜਿਹੜਾ -3 ਦੇ ਬਰਾਬਰ, ਉਹ ਤੋਂ ਵੱਡਾ ਤੇ 7 ਤੋਂ ਕੀ ਆ ਛੋਟਾ। ਮਤਲਬ ਆਪਾਂ ਸਾਰੇ ਉਹ ਇੰਟੀਜ਼ਰ ਲਿਖਣੇ ਆ ਜਿਹੜੇ -3 ਤੋਂ ਲੈ ਕੇ 7 ਤੱਕ ਆਉਂਦੇ ਹੋਣ, ਤੇ ਉਹਨਾਂ ਸਾਰਿਆਂ ਨੂੰ ਆਪਾਂ ਕੋਮਾ ਪਾ ਕੇ ਲਿਖ ਲਾਂਗੇ। ਰੋਸਟਰ ਫਾਰਮ ਬਣ ਜੇਗੀ ਸਾਡੇ ਕੋਲ। -3 ਇਕੁਅਲ ਸਾਈਨ ਦਿੱਤਾ ਹੋਇਆ, ਇਹਦਾ ਮਤਲਬ ਇਕੁਅਲ ਵੀ ਆ ਤੇ ਗ੍ਰੇਟਰ ਵੀ ਆ। ਇਕੁਅਲ ਮਤਲਬ ਫਿਰ -3 ਵੀ ਆਏਗਾ, ਉਸ ਤੋਂ ਬਾਅਦ ਗ੍ਰੇਟਰ -2 -1 0 1 2 3 4 5 ਤੇ 6 7 ਨਹੀਂ ਆਏਗਾ, ਬਿਕੋਜ਼ ਇੱਥੇ ਇਹਨਾਂ ਨੇ ਕਿਹਾ ਕਿ 7 ਤੋਂ ਕੀ ਹੋਣਾ ਚਾਹੀਦਾ ਹੈ, ਛੋਟਾ ਹੋਣਾ ਚਾਹੀਦਾ। ਕਲੀਅਰ? ਜਿੰਨੇ ਵੀ ਸਾਡੇ ਇੰਟੀਜ਼ਰ ਆ ਸਕਦੇ ਆਪਾਂ ਸਾਰਿਆਂ ਨੂੰ ਕੋਮਾ ਪਾ ਕੇ ਲਿਖ ਲਿਆ। ਸੈਕਿੰਡ ਹੈ ਜੀ ਐਲੀਮੈਂਟ ਹੈਗੇ x ਟਾਈਪ ਉਹ x ਕੀ ਹੈਗੇ ਆ, ਉਹ ਸਾਰੇ ਪ੍ਰਾਈਮ ਨੰਬਰ ਜੋ 60 ਦੇ ਡਿਵਾਈਜ਼ਰ ਨੇ, ਜੋ 60 ਨੂੰ ਡਿਵਾਈਡ ਕਰਦੇ ਨੇ। ਕਿਹੜੇ ਕਿਹੜੇ ਪ੍ਰਾਈਮ ਨੰਬਰ 60 ਨੂੰ ਡਿਵਾਈਡ ਕਰਦੇ ਨੇ? ਦੇਖੋ ਜੇ ਇਹਨੂੰ ਚੈੱਕ ਕਰਨਾ ਹੋਏ ਤੁਸੀਂ ਕੀ ਕਰੋ, 60 ਦੇ ਫੈਕਟਰ ਫਾਈਂਡ ਕਰ ਲਓ। ਇੱਥੇ ਦੇਖੋ 60 ਦੇ ਨਾ ਫੈਕਟਰ ਫਾਈਂਡ ਕਰ ਲਓ। 2 ਤੇ ਜਾਵਾਂਗੇ 30 ਆਏਗਾ, ਫਿਰ 2 ਤੇ ਜਾਵਾਂਗੇ 15, ਫਿਰ 3 ਤੇ ਜਾਵਾਂਗੇ ਤੇ 5 ਤੇ ਜਾਵਾਂਗੇ ਤੇ 1। ਕਿਹੜੇ ਕਿਹੜੇ ਪ੍ਰਾਈਮ ਨੰਬਰ ਆ ਰਹੇ ਡਿਫਰੈਂਟ? ਇੱਕ 2 ਆ ਰਿਹਾ, ਇੱਕ 3 ਆ ਰਿਹਾ, ਇੱਕ 5 ਆ ਰਿਹਾ। ਕਿਉਂਕਿ ਸੈੱਟ ਦਾ ਰੂਲ ਹੁੰਦਾ ਕਿ ਅਸੀਂ ਐਲੀਮੈਂਟਸ ਇੱਕ ਨੂੰ ਇੱਕ ਵਾਰ ਹੀ ਲਿਖਣਾ ਹੁੰਦਾ, 2 ਚ ਆਇਆ 2 ਵਾਰ ਆ ਰਿਹਾ, ਬਟ ਆਪਾਂ ਨੂੰ ਲਿਖਣਾ ਇੱਕ ਵਾਰ ਹੀ ਆ। ਫਿਰ ਕਿਹੜੇ ਕਿਹੜੇ ਪ੍ਰਾਈਮ ਨੰਬਰ ਨਾਲ 60 ਜਿਹੜਾ ਆ ਡਿਵਾਈਡ ਹੋ ਰਿਹਾ? 2 ਨਾਲ ਹੋ ਰਿਹਾ, 3 ਨਾਲ ਹੋ ਰਿਹਾ ਤੇ 5 ਨਾਲ ਹੋ ਰਿਹਾ, ਤੇ ਸਾਡੇ ਕੋਲ ਐਲੀਮੈਂਟ ਕੀ ਆ ਗਏ 2 3 ਤੇ 5। ਥਰਡ, the set of all letter in the word better। ਜਿਹੜਾ better ਸਾਡੇ ਕੋਲ ਆ, ਇਹਦੇ ਲੈਟਰ ਜਿਹੜੇ ਨੇ ਉਹਨਾਂ ਨੂੰ ਆਪਾਂ ਐਜ਼ ਸੈਟ ਬਣਾ ਕੇ ਲਿਖਣਾ, ਰੋਸਟਰ ਫਾਰਮ ਚ ਬਣਾ ਕੇ ਲਿਖਣਾ। ਕਿਵੇਂ ਲਿਖਾਂਗੇ? ਦੇਖੋ ਕਿਹੜੇ ਕਿਹੜੇ ਲੈਟਰ ਆ ਰਹੇ ਨੇ, ਇਹਨਾਂ ਸਾਰਿਆਂ ਨੂੰ ਕੋਮਾ ਪਾ ਕੇ ਲਿਖ ਲਾਂਗੇ ਸਿੰਪਲ। B E ਬੇਟਾ 2 ਵਾਰ ਆ ਰਿਹਾ, ਬਟ ਲਿਖਣਾ ਆਪਾਂ ਕੀ ਆ ਇੱਕ ਵਾਰੀ। T ਵੀ 2 ਵਾਰ ਆ ਰਿਹਾ, ਇੱਕ ਵਾਰ ਲਿਖਾਂਗੇ। ਅੱਗੇ T ਲਿਖ ਚੁੱਕੇ ਆਲਰੇਡੀ, E ਵੀ ਲਿਖ ਚੁੱਕੇ ਆ, ਹੋਰ ਕੀ ਆ ਗਿਆ R। ਕਲੀਅਰ? ਇਸ ਤਰੀਕੇ ਨਾਲ ਆਪਾਂ ਸੈੱਟ ਨੂੰ ਜਿਹੜਾ ਆ ਰੋਸਟਰ ਫਾਰਮ ਦੇ ਵਿੱਚ ਕਨਵਰਟ ਕਰਾਂਗੇ। ਹੋਪ ਕਰਦੇ ਤੁਹਾਨੂੰ ਸਮਝ ਆ ਗਏ ਹੋਣਗੇ। ਹੁਣ ਇਹਦੇ ਵਿੱਚ ਸਿਰਫ 3 ਪਾਰਟ ਹੀ ਕਵਰ ਕੀਤੇ, ਬਾਕੀ ਪਾਰਟ ਤੁਹਾਡੇ ਵਾਸਤੇ ਪ੍ਰੈਕਟਿਸ ਵਾਸਤੇ ਛੱਡੇ ਨੇ, ਤੁਸੀਂ ਉਹਨਾਂ ਨੂੰ ਸੋਲਵ ਕਰਨਾ ਆ। ਤੇ ਐਕਸਰਸਾਈਜ਼ ਦਾ ਜਿਹੜਾ 5th ਨੰਬਰ ਵਾਲਾ ਸਵਾਲ ਜਿਹੜਾ ਆ ਉਹ ਵੀ ਉਹਨੂੰ ਖੁਦ ਟਰਾਈ ਕਰਕੇ ਦੇਖਿਓ। ਨੈਕਸਟ ਲੈਕਚਰ ਦੇ ਵਿੱਚ ਅਸੀਂ ਬਾਕੀ ਦੇ 22 ਦੇ ਸਵਾਲ 1.1 ਐਕਸਰਸਾਈਜ਼ ਦੇ ਕਵਰ ਕਰਾਂਗੇ। ਠੀਕ ਹੈ ਜੀ, ਨੋਟ ਡਾਊਨ ਕਰ ਲਓ। ਥੈਂਕ ਯੂ।